हिंदू वीर गुरु घरां च आउंदे ने, गुरु घरां च दर्शन दारे करते ने, सेवावां करते ने, कोई रोक थोड़ी है। लंगर छकते ने, दान दक्षिणा भी दिंदे ने, कोई रोकदा उन्हां नूं? कोई नहीं रोक रहा, ना कोई रोकदा ही आ। सिख रहत मेरे हत्थ विच है जी श्री अकाल तख्त साहब वालों, श्रोमणी गुरुद्वारा प्रबंधक कमेटी वालों जिहड़ी पंथ ने प्रवान की हुई है। ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ ਘੜਤ ਤੁਕਾਂ ਲਾ ਕੇ ਧਾਰਨਾ ਲਾਉਣੀ ਗਾਉਣਾ ਅਯੋਗ ਹੈ, ਨਹੀਂ ਗਾ ਸਕਦੇ। ਉਹ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਚੀਜ਼ ਨੂੰ ਕਿ ਲਓ ਜੀ ਫਿਰ ਕੀ ਹੋਇਆ, ਕ੍ਰਿਸ਼ਨ ਦਾ ਨਾਮ ਲੈ ਦਿੱਤਾ, ਉਹਦਾ ਭਗਵਾਨ ਨੂੰ ਕੌਣ ਰੋਕ ਰਿਹਾ, ਕੌਣ ਮਨਾ ਕਰ ਰਿਹਾ? ਜੇ ਗੁਰਬਾਣੀ 'ਚ ਦਰਜ ਹੈ ਤਾਂ ਜਿਸ ਤਰ੍ਹਾਂ ਦਰਜ ਹੈ ਉਸੇ ਤਰ੍ਹਾਂ ਹੀ ਗਾਇਆ ਜਾਵੇ, ਉਸੇ ਤਰ੍ਹਾਂ ਬੋਲਿਆ ਜਾਵੇ, ਕੋਈ ਨਹੀਂ ਰੋਕਦਾ। ਉਹ ਕਹਿੰਦੇ ਜੀ ਅਸੀਂ ਕ੍ਰਿਸ਼ਨ ਜੀ ਦਾ ਜਿਹੜਾ ਸ਼ਬਦ ਆ ਗੁਰਬਾਣੀ 'ਚ ਦਰਜ ਉਹ ਪੜ੍ਹ ਰਹੇ ਸੀ। ਪੜ੍ਹਦਿਆਂ ਸੈਡਨਲੀ ਮੇਰੇ ਕੋਲ ਰਿਕਾਰਡਿੰਗ ਹੈ, ਕਹੋ ਮੈਂ ਤੁਹਾਨੂੰ ਭੇਜ ਦੂੰਗਾ, ਤੁਸੀਂ ਨਾਲ ਹੀ ਸੁਣਾ ਦਿਓ ਉਹਦੀ। ਸੈਡਨਲੀ ਕਹਿੰਦੇ ਸਾਡੇ ਦਿਮਾਗ 'ਚ ਜਿਹੜੀ ਚੀਜ਼ ਸੀ ਵੀ ਜਨਮ ਅਸ਼ਟਮੀ ਆ ਰਹੀ ਆ ਅਤੇ ਇਹ ਜਿਹੜਾ ਉਹ ਬੋਲ ਸੀ ਸਾਡੇ ਦਿਮਾਗ 'ਚ ਆ ਕੇ ਅਸੀਂ ਉਹ ਬੋਲਦੇ। ਇੱਕ ਰਾਗੀ ਸਿੰਘ ਨੇ ਇੰਨਾ ਉੱਚਾ ਅਹੁਦਾ ਵਾ, ਗੁਰਮਤਿ ਦਾ ਗਿਆਨ ਆ, ਇੰਨੇ ਪੁਰਾਣੇ ਰਾਗੀ ਹੋ, ਫਿਰ ਕਿੱਦਾਂ ਹੋ ਸਕਦਾ ਵੀ ਤੁਸੀਂ ਆਪਣੇ ਗੁਰੂ ਨੂੰ ਪਿੱਠ ਦੇ ਦਿਓ? ਹੁਣ ਮੈਨੂੰ ਦੱਸੋ ਵੀ ਜਿਹੜੇ ਗੁਰਦੁਆਰਾ ਸਾਹਿਬ ਨੇ ਜਾਂ ਮੰਦਰ ਨੇ ਜਾਂ ਮਸਜਿਦਾਂ ਨੇ ਜਾਂ ਗਿਰਜਾ ਘਰ ਨੇ, ਉੱਥੋਂ ਦੀ ਜਿਹੜੀ ਇੱਕ ਮਰਿਆਦਾ ਵਾ ਉਹ ਭੰਗ ਹੋ ਸਕਦੀ ਹੈ? ਨਹੀਂ ਹੋ ਸਕਦੀ ਨਾ। ਜਿਹੜੀ ਮਰਿਆਦਾ ਉੱਥੋਂ ਦੀ ਬਣੀ ਹੋਈ ਆ ਕੀ ਉਹ ਭੰਗ ਕਰ ਸਕਦੇ ਆਪਾਂ? ਕੀ ਉਹ ਆਪਾਂ ਨੂੰ ਭੰਗ ਕਰਨ ਦੇਣਗੇ? ਜੇ ਕਿਸੇ ਇਤਿਹਾਸਕ ਮੰਦਰ ਦੇ ਵਿੱਚ ਹਵਨ ਚੱਲਦਾ ਹੋਵੇ, ਕੀ ਉੱਥੇ ਜਾ ਕੇ ਕੁਰਾਨ ਦੀਆਂ ਆਇਤਾਂ ਕੋਈ ਪੜ੍ਹ ਸਕਦਾ? ਜੇ ਮਸਜਿਦ ਵਿੱਚ ਨਮਾਜ਼ ਚੱਲਦੀ ਹੋਵੇ, ਕੋਈ ਉੱਥੇ ਗਾਇਤਰੀ ਮੰਤਰ ਪੜ੍ਹਨ ਲੱਗ ਪਏ ਜਾ ਕੇ? ਨਹੀਂ ਪੜ੍ਹਨ ਦਿੱਤਾ ਜਾਵੇਗਾ ਨਾ। ਇਸੇ ਤਰ੍ਹਾਂ ਜੇ ਕਿਸੇ ਗੁਰੂ ਘਰ ਦੇ ਵਿੱਚ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਗੁਰਬਾਣੀ ਦਾ ਜਾਪ ਹੋ ਰਿਹਾ, ਕਿ ਦੂਜੇ ਧਰਮ ਦੀ ਆ ਕੇ ਕੋਈ ਆਇਤ ਜਾਂ ਕੋਈ ਉੱਥੇ ਮੰਤਰ ਕੀ ਪੜ੍ਹ ਸਕਦੇ? ਸ਼ਬਦ ਨੂੰ ਬੋਲਦਿਆਂ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ। ਹੁਣ ਜਿਹੜੇ ਉਹਨੂੰ ਡਿਫੈਂਡ ਕਰ ਰਹੇ ਨੇ ਮੈਨੂੰ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਕੀ ਫਿਰ ਭਾਈ ਆਪਾਂ ਇਹ ਗੱਲ ਦੀ ਇਜਾਜ਼ਤ ਦੇ ਦਈਏ? ਤੁਸੀਂ ਕਹੋ ਫਿਰ ਜਿਹੜੇ ਸਾਡੇ ਵਡੇਰਿਆਂ ਨੇ ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਮਰਿਆਦਾ ਤਿਆਰ ਕੀਤੀ ਆ, ਤੁਸੀਂ ਜਿਹੜੇ ਬਹੁਤੇ ਸਿਆਣੇ ਆ ਉੱਠ ਪਏ ਨੇ, ਬਹੁਤੇ ਮੈਂ ਦੇਖ ਰਿਹਾ ਬਹੁਤੇ ਜ਼ਿਆਦਾ ਜਿਹੜੇ ਸਿਆਣੇ ਨੇ, ਫਿਰ ਤੁਸੀਂ ਉੱਠੋ ਆਓ ਅਤੇ ਕਹੋ ਭਾਈ ਮਰਿਆਦਾ ਬਦਲ ਦਿਓ। ਪੰਜਾਬ ਦੇ ਨਾਮੀ ਸਿੰਗਰ ਵੱਲੋਂ ਗਾਇਆ ਗਿਆ ਗੀਤ ਜਾਂ ਕਹਿ ਲਈਏ ਭਜਨ ਕ੍ਰਿਸ਼ਨਾ ਨੂੰ ਪਿਛਲੇ ਦਿਨੀ ਇੱਕ ਰਾਗੀ ਜਥੇ ਵੱਲੋਂ ਸ਼ਬਦ ਗਾਇਨ ਕਰਦਿਆਂ ਜਨਮ ਅਸ਼ਟਮੀ ਮੌਕੇ ਗਾਇਆ ਗਿਆ, ਜਿਸ ਤੋਂ ਬਾਅਦ ਕਿ ਸਿੱਖ ਜਗਤ ਦੇ ਵਿੱਚ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਪਿਛਲੇ ਦਿਨੀ ਪਰਮਜੀਤ ਸਿੰਘ ਅਕਾਲੀ ਹੁਣਾਂ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਉਸ ਰਾਗੀ ਜਥੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਸਾਰੀ ਜਾਣਕਾਰੀ ਲਈ ਪਰਮਜੀਤ ਸਿੰਘ ਅਕਾਲੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਸਾਡੇ ਨਾਲ ਮੌਜੂਦ ਹੈ ਅਕਾਲੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਤੁਸੀਂ ਇਸ ਚੀਜ਼ ਨੂੰ ਕਲੀਅਰ ਕਰਨ ਵਾਸਤੇ ਆਏ ਹੋ, ਕਿਉਂਕਿ ਜ਼ਰੂਰੀ ਸੀਗਾ। ਕਨਫਿਊਜ਼ਨ ਬਹੁਤ ਜ਼ਿਆਦਾ ਪੈਦਾ ਕੀਤੀ ਜਾ ਰਹੀ ਹੈ ਕੁਝ ਲੋਕਾਂ ਦੇ ਵੱਲੋਂ, ਸੋ ਆਪਾਂ ਨੂੰ ਕਨਫਿਊਜ਼ਨ ਦੂਰ ਕਰਨੀ ਚਾਹੀਦੀ ਹੈ ਜੀ। ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਕਿ ਉਹਦੇ 'ਚ ਗਲਤ ਕੀ ਜੋ ਸੋਸ਼ਲ ਮੀਡੀਆ 'ਤੇ ਆ ਰਿਹਾ ਕਿ ਜਿਸ ਤਰ੍ਹਾਂ ਹੀ ਉਹ ਜੋ ਕ੍ਰਿਸ਼ਨਾ ਸ਼ਬਦ ਜੋ ਕਹਿ ਲਈਏ ਜਾਂ ਭਜਨ ਕਹਿ ਲਈਏ ਜਾਂ ਗੀਤ ਕਹਿ ਲਈਏ, ਜੋ ਹਰ ਇੱਕ ਬੰਦੇ ਦੀ ਆਪੋ ਆਪਣੇ ਮਨ ਦੀ ਸੋਚ ਹੈ, ਜਿਸ ਹਿਸਾਬ ਨਾਲ ਅਸੀਂ ਉਹਨੂੰ ਬੋਲੀਏ, ਅਗਰ ਉਹ ਗਾਇਆ ਗਿਆ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹ ਵੀਡੀਓ ਬਹੁਤ ਟਰੋਲ ਹੋਈ। ਕਿਹਾ ਜਾ ਰਿਹਾ ਸੀ ਕਿ ਹਿੰਦੂ ਸਿੱਖ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ਕਿ ਹਿੰਦੂ ਸਿੱਖ ਅੱਜ ਵੀ ਇੱਕ ਹੈ। ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਕਿ ਕੁਝ ਕੁ ਸਿੱਖਾਂ ਵੱਲੋਂ, ਕੁਝ ਕੁ ਸਿੱਖ ਜਥੇਬੰਦੀਆਂ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ, ਜੋ ਕਿ ਹਿੰਦੂ ਸਿੱਖ ਭਾਈਚਾਰੇ ਦਾ ਆਪਸੀ ਪਿਆਰ ਨਹੀਂ ਦੇਖ ਸਕਦੇ। ਇਹਦੇ 'ਤੇ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਰਹੇਗੀ? ਪਹਿਲਾਂ ਤਾਂ ਮੈਂ ਇੱਕ ਚੀਜ਼ ਕਲੀਅਰ ਕਰਾਂ ਵੀਰਾ ਜੀ ਵੀ ਇੱਥੇ ਨਾ ਹਿੰਦੂ ਦਾ ਮਸਲਾ ਨਾ ਸਿੱਖ ਦਾ ਮਸਲਾ, ਇਹ ਮਸਲਾ ਹੀ ਨਹੀਂ ਹੈਗਾ, ਉਹ ਵੱਖਰਾ ਮਸਲਾ ਵਾ। ਇੱਕ ਹਿੰਦੂ ਵੀਰ ਗੁਰੂ ਘਰਾਂ 'ਚ ਆਉਂਦੇ ਨੇ, ਗੁਰੂ ਘਰਾਂ 'ਚ ਦਰਸ਼ਨ ਦਾਰੇ ਕਰਦੇ ਨੇ, ਸੇਵਾਵਾਂ ਕਰਦੇ ਨੇ, ਕੋਈ ਰੋਕ ਥੋੜੀ ਹੈ। ਲੰਗਰ ਛਕਦੇ ਨੇ, ਦਾਨ ਦক্ষਿਣਾ ਵੀ ਦਿੰਦੇ ਨੇ, ਕੋਈ ਰੋਕਦਾ ਉਹਨਾਂ ਨੂੰ? ਕੋਈ ਨਹੀਂ ਰੋਕ ਰਿਹਾ, ਨਾ ਕੋਈ ਰੋਕਦਾ ਹੀ ਆ। ਉਹ ਉਹਨਾਂ ਦਾ ਸ਼ਰਧਾ ਭਰੋਸਾ ਵਾ ਗੁਰੂ ਸਾਹਿਬ ਦੇ ਪ੍ਰਤੀ ਵੀ ਉਹ ਆਉਣ। ਠੀਕ ਆ, ਬਹੁਤ ਸਿੱਖ ਜਿਹੜੇ ਨੇ ਉਹ ਹਿੰਦੂ ਦੇਵੀ ਦੇਵਤਿਆਂ ਨੂੰ ਮੰਨਦੇ ਨੇ। ਆਮ ਤੁਸੀਂ ਦੇਖਦੇ ਹੋਵੋਗੇ ਦਸਤਾਰਾਂ ਵਾਲੇ ਸਿੱਖ ਜਗਰਾਤੇ ਕਰਾਉਂਦੇ ਨੇ, ਕੋਈ ਕਿਸੇ ਨੂੰ ਰੋਕ ਰਿਹਾ? ਗੱਲ ਇਹ ਵੀ ਜਿੱਥੇ ਕਿਸੇ ਦਾ ਮਨ ਮੰਨਦਾ ਆਪਾਂ ਉਹਨੂੰ ਉਸ ਪਾਸੇ ਰੱਖ ਦਿੰਦੇ। ਵਿਸ਼ਾ ਇਹ ਨਹੀਂ ਹੈਗਾ। ਵਿਸ਼ਾ ਇਹ ਆ ਵੀ ਰਾਗੀ ਸਿੰਘਾਂ ਦੇ ਵੱਲੋਂ ਜੋ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਾਇਆ ਜਾ ਰਿਹਾ, ਪਹਿਲੀ ਗੱਲ ਤਾਂ ਉਹ ਇੱਕ ਗਾਣਾ ਵਾ ਫਿਰੋਜ਼ ਖਾਨ ਦੇ ਸਿੰਗਰ ਦੇ ਨਾਂ ਦੇ ਵੱਲੋਂ ਕ੍ਰਿਸ਼ਨ ਦੀ ਭਗਵਾਨ ਦੀ ਜਿਹੜੀ ਆ ਉਪਮਾ ਦੇ ਵਿੱਚ ਗਾਇਆ ਗਿਆ ਇੱਕ ਗਾਣਾ ਵਾ। ਪਹਿਲਾਂ ਤਾਂ ਆਪਾਂ ਇਹ ਗੱਲ ਕਰੀਏ ਵੀ ਜਿਹੜੀ ਸਿੱਖ ਰਹਿਤ ਮਰਿਆਦਾ ਉਹ ਕੀ ਕਹਿੰਦੀ ਆ। ਸਿੱਖ ਰਹਿਤ ਮੇਰੇ ਹੱਥ ਵਿੱਚ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਪੰਥ ਨੇ ਪ੍ਰਵਾਨ ਕੀਤੀ ਹੋਈ ਆ। ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ
ਮਨ ਘੜਤ ਤੁਕਾਂ ਲਾ ਕੇ ਧਾਰਨਾ ਲਾਉਣੀ ਗਾਉਣਾ ਅਯੋਗ ਹੈ, ਨਹੀਂ ਗਾ ਸਕਦੇ। ਸ਼ਬਦਾਂ ਦੀ ਤੁਕ ਨੂੰ ਧਾਰਨਾ ਬਣਾ ਸਕਦੇ ਹਾਂ। ਜਿਵੇਂ ਕਿ ਸ਼ਬਦ ਨੂੰ ਧਾਰਨਾ ਕੀ ਹੁੰਦੀ ਹੈ? ਧਾਰਨਾ ਦੀ ਜਿਵੇਂ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਮਹਾਂਪੁਰਖ ਬਾਬਾ ਨਾਨਕ ਸਿੰਘ ਜੀ ਹੋਣੀ, ਜਾਂ ਹੁਣ ਵੀ ਸਥਾਨਾਂ ਦੇ ਉੱਤੇ ਪੜ੍ਹੀ ਜਾਂਦੀ ਹੈ ਧਾਰਨਾ। ਧਾਰਨਾ ਕਿਵੇਂ? ਗੁਰਬਾਣੀ ਦੀ ਹੀ ਪੰਕਤੀ ਨੂੰ ਆਪਣੇ ਹਿਸਾਬ ਨਾਲ ਥੋੜ੍ਹਾ ਜਿਹਾ ਕਿ ਲੈ ਦੇ ਵਿੱਚ ਬਾਗ ਗੋਲ ਕੇ ਲੰਮਾ ਕਰਕੇ ਬੋਲ ਦੇਣਾ, ਥੋੜ੍ਹੀ ਉਪਮਾ ਕਰਕੇ ਬੋਲ ਦੇਣਾ। ਜਿਵੇਂ ਆਰਤਾ ਕੀਤਾ ਜਾਂਦਾ, ਉਹਦੇ ਵਿੱਚ ਬੜੇ ਉਹਨੂੰ ਲੈ 'ਚ ਬੋਲਿਆ ਜਾਂਦਾ ਹੈ ਨਾ, ਚੀਜ਼ ਨੂੰ ਸਮਝੀਏ, ਉਹ ਹੁੰਦੀ ਹੈ, ਉਹ ਧਾਰਨਾਵਾਂ। ਪਰ ਜਿਵੇਂ ਹੁਣ ਇਹਨਾਂ ਦੇ ਵੱਲੋਂ, ਜਿਵੇਂ ਕਿ ਉਹ ਰਾਗੀ ਸਿੰਘਾਂ ਨਾਲ ਮੇਰੀ ਗੱਲ ਵੀ ਹੋਈ ਆ, ਉਹ ਕਹਿੰਦੇ ਜੀ ਅਸੀਂ ਕ੍ਰਿਸ਼ਨ ਜੀ ਦਾ ਜਿਹੜਾ ਸ਼ਬਦ ਆ ਗੁਰਬਾਣੀ 'ਚ ਦਰਜ, ਉਹ ਪੜ੍ਹ ਰਹੇ ਸੀ। ਪੜ੍ਹਦਿਆਂ ਸੈਡਨਲੀ, ਮੇਰੇ ਕੋਲ ਰਿਕਾਰਡਿੰਗ ਹੈ, ਜੇ ਕਹੋ ਮੈਂ ਤੁਹਾਨੂੰ ਭੇਜ ਦੂੰਗਾ, ਤੁਸੀਂ ਨਾਲ ਹੀ ਸੁਣਾ ਦਿਓ ਉਹਦੀ। ਸੈਡਨਲੀ ਕਹਿੰਦੇ ਸਾਡੇ ਦਿਮਾਗ 'ਚ ਜਿਹੜੀ ਚੀਜ਼ ਸੀ ਵੀ ਜਨਮ ਅਸ਼ਟਮੀ ਆ ਰਹੀ ਆ, ਅਤੇ ਇਹ ਜਿਹੜਾ ਉਹ ਬੋਲ ਸੀ ਸਾਡੇ ਦਿਮਾਗ 'ਚ ਆ ਗਏ, ਅਸੀਂ ਉਹ ਬੋਲਦੇ। ਇੱਕ ਰਾਗੀ ਸਿੰਘ ਨੇ ਇੰਨਾ ਉੱਚਾ ਅਹੁਦਾ ਵਾ, ਗੁਰਮਤਿ ਦਾ ਗਿਆਨ ਆ, ਇੰਨੇ ਪੁਰਾਣੇ ਰਾਗੀ ਹੋ, ਫਿਰ ਕਿੱਦਾਂ ਹੋ ਸਕਦਾ ਵੀ ਤੁਸੀਂ ਆਪਣੇ ਗੁਰੂ ਨੂੰ ਪਿੱਠ ਦੇ ਦਿਓ, ਗੁਰਮਤਿ ਅਨੁਸਾਰ ਜਿਹੜਾ ਤੁਹਾਡਾ ਸਿਧਾਂਤ ਮਰਿਆਦਾ ਉਹਨੂੰ ਛੱਡ ਦਿਓ? ਨਹੀਂ ਹੋ ਸਕਦਾ। ਇੱਥੇ ਕ੍ਰਿਸ਼ਨ ਭਗਵਾਨ ਦੀ, ਰਾਮ ਦੀ, ਹਰ ਇੱਕ ਦੀ ਗੱਲ ਗੁਰੂ ਸਾਹਿਬ 'ਚ ਦਰਜ ਆ। ਪਰ ਪ੍ਰੋਬਲਮ ਕੀ ਹੈ ਵੀਰੇ, ਸਾਡੇ ਕੁਛ ਲੋਕ ਅਣਜਾਣ ਨੇ। ਜਿਵੇਂ ਨਾ ਇੱਕ ਪੰਕਤੀ ਹੈ, ਨੱਚਣ ਕੁੱਦਣ ਮਨ ਕਾ ਚਾਓ। ਸਾਡੇ ਲੋਕ ਕੀ ਕਰਦੇ ਆ ਵੀ ਜੇ ਮੰਨ ਲਓ ਆਪਾਂ ਕਹਿੰਦੇ ਆ ਵੀ ਆਹ ਨੱਚਣ ਕੁੱਦਣਾ ਜਿਹੜਾ ਇਹ ਗਾਣੇ ਡੀਜੇ ਇਹ ਨਹੀਂ ਕਰਨਾ ਚਾਹੀਦਾ, ਸਿੱਖ ਦਾ ਅਸੂਲ ਨਹੀਂ ਹੈਗਾ, ਸਿਧਾਂਤ ਨਹੀਂ ਹੈਗਾ। ਪਤਾ ਕੀ ਜਵਾਬ ਦਿੰਦੇ? ਬਾਣੀ ਦਰਜ ਆ, ਨੱਚਣ ਕੁੱਦਣ ਮਨ ਕਾ ਚਾਓ। ਹੁਣ ਗੱਲ ਇੱਕ ਪੰਕਤੀ ਚੱਕ ਲਈ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ, ਪੂਰਾ ਅਰਥ ਨਹੀਂ ਕਰਦੇ, ਪੂਰੀ ਪੰਕਤੀ ਨਹੀਂ ਪੜ੍ਹਦੇ। ਇਸੇ ਤਰ੍ਹਾਂ ਹੀ ਕੀ ਹੋ ਰਿਹਾ ਵਾ ਵੀ ਕੁਛ ਲੋਕਾਂ ਦੇ ਵੱਲੋਂ, ਜਿਨ੍ਹਾਂ ਨੂੰ ਨਹੀਂ ਪਤਾ ਸ਼ਾਇਦ, ਜਾਂ ਪਤਾ ਹੋਣ ਦੇ ਬਾਵਜੂਦ ਵੀ ਅਣਜਾਣ ਬਣ ਰਹੇ ਨੇ, ਉਹ ਇਸ ਤਰ੍ਹਾਂ ਪੇਸ਼ ਕਰ ਰਹੇ ਨੇ ਚੀਜ਼ ਨੂੰ ਵੀ ਲਓ ਜੀ ਫਿਰ ਕੀ ਹੋਇਆ, ਕ੍ਰਿਸ਼ਨ ਦਾ ਨਾਮ ਲੈ ਦਿੱਤਾ, ਉਹ ਤਾਂ ਭਗਵਾਨ ਨੂੰ। ਕੌਣ ਰੋਕ ਰਿਹਾ? ਕੌਣ ਮਨਾ ਕਰ ਰਿਹਾ? ਜੇ ਗੁਰਬਾਣੀ 'ਚ ਦਰਜ ਆ, ਅਤੇ ਜਿਸ ਤਰ੍ਹਾਂ ਦਰਜ ਆ ਉਸੇ ਤਰ੍ਹਾਂ ਹੀ ਗਾਇਆ ਜਾਵੇ, ਉਸੇ ਤਰ੍ਹਾਂ ਬੋਲਿਆ ਜਾਵੇ, ਕੋਈ ਨਹੀਂ ਰੋਕਦਾ। ਠੀਕ ਆ ਨਾ, ਕੋਈ ਰੋਕ ਥੋੜ੍ਹੀ ਰਿਹਾ ਵਾ। ਹੁਣ ਮੈਂ ਬਹੁਤ ਵਾਰੀ ਦੇਖਦਾ ਵਾਂ ਜਗਰਾਤਿਆਂ ਦੇ ਵਿੱਚ ਜਿਹੜਾ ਵਾ ਉਹ ਕੁਝ ਲੋਕ ਸਾਹਿਬਜ਼ਾਦਿਆਂ ਦਾ ਉਹ ਬੋਲਦੇ ਨੇ ਗਾਣਾ, ਸ਼ਬਦ ਨਹੀਂ। ਉਹ ਵੀ ਵੀਡੀਓ ਟ੍ਰੋਲ ਹੋ ਰਹੀ ਆ, ਦੋਵੇਂ ਵੀਡੀਓ ਨਾਲ ਅਟੈਚ ਕੀਤੀਆਂ ਜਾ ਰਹੀਆਂ। ਉਹ ਸ਼ਹੀਦੀ ਦਿਨਾਂ ਦੀ ਇੱਕ ਵੀਡੀਓ ਹੈ ਕਿ ਅੰਮ੍ਰਿਤਸਰ ਦੇ ਵਿੱਚ ਹੀ ਜਾਗਰਣ 'ਚ ਇੱਕ ਸ਼ਬਦ ਕਹਿ ਲਈਏ ਜਾਂ ਗੀਤ ਕਹਿ ਲਈਏ, ਜੋ ਆਪਣੀ ਸੋਚ ਹੋਵੇ, ਉਹ ਇੱਕ ਨੌਜਵਾਨ ਵੱਲੋਂ ਜਾਗਰਣ ਦੇ ਵਿੱਚ ਗਾਇਆ ਜਾ ਰਿਹਾ। ਕਹਿੰਦੇ ਆ ਕਿ ਅਗਰ ਹਿੰਦੂ ਧਰਮ ਦੇ ਵਿੱਚ ਸਿੱਖੀ ਦਾ ਇਸ ਤਰੀਕੇ ਦਾ ਭਜਨ ਗਾਇਆ ਜਾ ਸਕਦਾ, ਫਿਰ ਸਿੱਖੀ ਦੇ ਵਿੱਚ ਕਿਸੇ ਹਿੰਦੂ ਦਾ ਗਾਤਾ ਤੇ ਕੀ ਇਹਦੇ 'ਚ ਜਿਹੜੇ ਰਾਗੀ ਸਿੰਘ ਆ ਨਾ, ਸ਼ਾਇਦ ਉਹਨਾਂ ਦੇ ਵੀਰ ਜੀ ਜਾਂ ਤਾਂ ਭੇਟਾ, ਲਾਲਚ, ਜਾਂ ਉੱਥੇ ਜਿਹੜੀ ਮਾਣ ਵਡਿਆਈ ਸੀ ਉਹਨਾਂ ਉਸ ਬਾਬੇ ਦੀ, ਉਹ ਲੈਣ ਦੀ ਲਈ ਮੈਨੂੰ ਲੱਗਦਾ ਵੀ ਸਵਾਲ ਖੜਾ ਕਰਤਾ ਇੱਕ ਬਹੁਤ ਵੱਡਾ ਕੌਮ ਦੇ ਅੱਗੇ। ਹੁਣ ਮੈਨੂੰ ਦੱਸੋ ਵੀ ਜਿਹੜੇ ਗੁਰਦੁਆਰਾ ਸਾਹਿਬ ਨੇ, ਜਾਂ ਮੰਦਿਰ ਨੇ, ਜਾਂ ਮਸਜਿਦਾਂ ਨੇ, ਜਾਂ ਗਿਰਜਾ ਘਰ ਨੇ, ਉੱਥੋਂ ਦੀ ਜਿਹੜੀ ਇੱਕ ਮਰਿਆਦਾ ਵਾ, ਉਹ ਭੰਗ ਹੋ ਸਕਦੀ ਹੈ? ਨਹੀਂ ਹੋ ਸਕਦੀ ਨਾ। ਜਿਹੜੀ ਮਰਿਆਦਾ ਉੱਥੋਂ ਦੀ ਬਣੀ ਹੋਈ ਆ, ਕੀ ਉਹ ਭੰਗ ਕਰ ਸਕਦੇ ਆਪਾਂ? ਕੀ ਉਹ ਆਪਾਂ ਨੂੰ ਭੰਗ ਕਰਨ ਦੇਣਗੇ? ਜਿਵੇਂ ਐਗਜ਼ਾਮਪਲ ਲਾ ਲਓ ਵੀ ਜੇ ਕਿਸੇ ਇਤਿਹਾਸਕ ਮੰਦਿਰ ਦੇ ਵਿੱਚ ਹਵਨ ਚੱਲਦਾ ਹੋਵੇ, ਕੀ ਉੱਥੇ ਜਾ ਕੇ ਕੁਰਾਨ ਦੀਆਂ ਆਇਤਾਂ ਕੋਈ ਪੜ੍ਹ ਸਕਦਾ? ਪੜ੍ਹਨ ਦੇਣਗੇ? ਨਹੀਂ ਪੜ੍ਹਨ ਦੇਣਗੇ। ਜੇ ਮਸਜਿਦ ਵਿੱਚ ਨਮਾਜ਼ ਚੱਲਦੀ ਹੋਵੇ, ਕੋਈ ਉੱਥੇ ਗਾਇਤਰੀ ਮੰਤਰ ਪੜ੍ਹਨ ਚੱਲ ਲੱਗ ਪਏ ਜਾ ਕੇ, ਨਹੀਂ ਪੜ੍ਹਨ ਦਿੱਤਾ ਜਾਵੇਗਾ ਨਾ। ਇਸੇ ਤਰ੍ਹਾਂ ਜੇ ਕਿਸੇ ਗੁਰੂ ਘਰ ਦੇ ਵਿੱਚ ਕੀਰਤ ਦਾ ਪ੍ਰਵਾਹ ਚੱਲ ਰਿਹਾ, ਗੁਰਬਾਣੀ ਦਾ ਜਾਪ ਹੋ ਰਿਹਾ, ਕਿ ਦੂਜੇ ਧਰਮ ਦੀ ਆ ਕੇ ਕੋਈ ਆਇਤ ਜਾਂ ਕੋਈ ਉੱਥੇ ਮੰਤਰ ਕੀ ਪੜ੍ਹ ਸਕਦੇ ਆ? ਪਤਾ ਕੀ ਹੁੰਦਾ, ਇੱਕ ਮਰਿਆਦਾ ਹੁੰਦੀ, ਮੇਰੀ ਬੇਨਤੀ ਸੁਣਿਓ, ਇੱਕ ਮਰਿਆਦਾ ਹੁੰਦੀ ਹੈ, ਹਰ ਧਰਮ ਦੀ ਇੱਕ ਮਰਿਆਦਾ ਹੁੰਦੀ, ਅਤੇ ਉਸ ਮਰਿਆਦਾ ਨੂੰ ਫੋਲੋ ਕਰਨਾ ਉਸ ਦੇ ਧਰਮ ਦੇ ਪੈਰੋਕਾਰਾਂ ਦਾ ਫਰਜ਼ ਹੁੰਦਾ। ਕੋਈ ਅਣਜਾਣ ਬੰਦਾ ਮੁਕੇਸ਼ ਗਲਤੀ ਕਰ ਲੇ ਨਾ, ਉਹ ਵਿਸ਼ਾ ਵੱਖਰਾ ਹੁੰਦਾ। ਲੇਕਿਨ ਮੈਂ ਤਾਂ ਤੁਹਾਨੂੰ ਮਾਫ ਕਰਨਾ ਟੋਕ ਰਿਹਾ, ਲੇਕਿਨ ਪਿਛਲੇ ਕੁਝ ਸਮੇਂ ਪਹਿਲੇ ਅਸੀਂ ਕੁਝ ਇਸ ਤਰ੍ਹਾਂ ਦੀਆਂ ਵੀ ਤਸਵੀਰਾਂ ਵੇਖੀਆਂ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਮੁਸਲਿਮ ਵੀਰ ਆਪਣੀ ਨਮਾਜ਼ ਅਦਾ ਕਰਦਾ ਪਿਆ, ਦੂਜੇ ਪਾਸੇ ਅਰਦਾਸ ਹੋ ਕੇ ਖਤਮ ਹੋਈ। ਉਹ ਵੀ ਤਸਵੀਰ ਸੋਸ਼ਲ ਮੀਡੀਆ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇ ਰਹੀ ਸੀ। ਆ ਫਿਰ ਜੋ ਮੁਸਲਿਮ ਭਾਈਚਾਰੇ ਵੱਲੋਂ ਰੋਜ਼ੇ ਰੱਖੇ ਜਾਂਦੇ ਆ, ਤੇ ਉਹ ਰੋਜ਼ੇ ਖੋਲ੍ਹਣ ਵਾਲੇ ਕੁਝ ਮੁਸਲਿਮ ਵੀਰ ਜਿਹੜੇ ਗੁਰਦੁਆਰਿਆਂ 'ਚ ਜਾ ਕੇ ਰੋਜ਼ੇ ਖੋਲ੍ਹਦੇ ਆ, ਤਾਂ ਉਹ ਵੀ ਤਾਂ ਕਹਿੰਦੇ ਨਾ ਕਿ ਆਪਸੀ ਭਾਈਚਾਰਾ ਹੈ। ਭਾਈਚਾਰਾ ਇੱਕ ਹੋਰ ਚੀਜ਼ ਹੁੰਦੀ ਆ। ਭਾਈਚਾਰੇ ਤੁਸੀਂ ਦਿਨ ਤਿਉਹਾਰਾਂ 'ਤੇ ਇੱਕ ਦੂਜੇ ਨੂੰ ਵਧਾਈਆਂ ਦੇ ਸਕਦੇ ਹੋ, ਤੋਹਫੇ ਤੱਕ ਦੇ ਸਕਦੇ ਹੋ, ਹੈ ਨਾ, ਕੋਈ ਵਿਸ਼ਾ ਨਹੀਂ ਹੈਗਾ। ਉਹਨਾਂ ਦੁਆਰਾ ਲਾਏ ਜਾ ਰਹੇ ਲੰਗਰਾਂ 'ਚ ਸਹਿਯੋਗ ਕਰ ਸਕਦੇ ਹੋ, ਦਸਵੰਧ ਦੇ ਸਕਦੇ ਹੋ, ਸੇਵਾ ਵੀ ਕਰ ਸਕਦੇ ਹੋ, ਉਹ ਵਿਸ਼ਾ ਵੱਖਰਾ ਵੀਰਾ ਜੀ। ਇਹ ਪੁਆਇੰਟ ਜਿਹੜੇ ਬਣਾਏ ਜਾ ਰਹੇ ਨੇ, ਕੁਝ ਗੱਲਾਂ, ਇਹ ਗੱਲਾਂ ਹੀ ਨਹੀਂ ਹੈਗੀਆਂ ਅਸਲ 'ਚ ਕਰਨ ਵਾਲੀਆਂ ਗੱਲਾਂ। ਤਾਂ ਇਹ ਆ ਵੀ ਜਿਹੜੇ ਰਾਗੀ ਸਿੰਘਾਂ ਦੇ ਵੱਲੋਂ, ਜਾਂ ਕਿਸੇ ਗ੍ਰੰਥੀ ਵੱਲੋਂ, ਕਥਾਵਾਚਕ ਵੱਲੋਂ, ਪ੍ਰਚਾਰਕ ਵੱਲੋਂ, ਕਿਸੇ ਸਿੱਖ ਵੱਲੋਂ ਗੁਰਮਤਿ ਤੋਂ ਬਾਹਰ ਜਾ ਕੇ ਜਿਹੜਾ ਕਾਰਜ ਕੀਤਾ ਜਾਂਦਾ, ਵਿਰੋਧ ਉਸ ਗੱਲ ਦਾ ਵਾ। ਗੱਲ ਇਹ ਆ ਵੀ ਗੁਰਬਾਣੀ 'ਚ ਦਰਜ ਕ੍ਰਿਸ਼ਨ ਦੇ ਬਾਰੇ, ਜਾਂ ਭਗਵਾਨ ਰਾਮ ਬਾਰੇ, ਜਾਂ ਕਿਸੇ ਬਾਰੇ ਵੀ ਕੋਈ ਗੱਲ ਕੀਤੀ ਜਾ ਰਹੀ ਹੈ, ਕੌਣ ਰੋਕ ਰਿਹਾ ਕਰਨ ਤੋਂ? ਜੋ ਦਰਜ ਹੈ ਉਹ ਐਜ਼ ਇਟ ਇਜ਼
ਪੜ੍ਹਿਆ ਜਾਵੇ, ਬੋਲਿਆ ਜਾਵੇ, ਕੋਈ ਪ੍ਰੋਬਲਮ ਨਹੀਂ। ਪਰ ਉਹਨਾਂ ਦੇ ਵੱਲੋਂ ਇੱਕ ਗਾਣਾ ਜਿਹੜਾ ਸੀਗਾ ਸਡਨਲੀ ਉਸ ਸ਼ਬਦ ਨੂੰ ਬੋਲਦਿਆਂ ਗਾਣਾ ਗਾਉਣਾ ਸ਼ੁਰੂ ਕਰ ਦਿੱਤਾ। ਹੁਣ ਜਿਹੜੇ ਉਹਨੂੰ ਡਿਫੈਂਡ ਕਰ ਰਹੇ ਨੇ ਮੈਨੂੰ ਉਹ ਜਵਾਬ ਦੇ ਦੇਣ ਇਸ ਗੱਲ ਦਾ ਵੀ ਕੀ ਫਿਰ ਭਾਈ ਆਪਾਂ ਇਹ ਗੱਲ ਦੀ ਇਜਾਜ਼ਤ ਦੇ ਦਈਏ, ਤੁਸੀਂ ਕਹੋ ਫਿਰ ਜਿਹੜੇ ਸਾਡੇ ਵਡੇਰਿਆਂ ਨੇ ਜਾਂ ਸਾਡੇ ਗੁਰੂ ਸਾਹਿਬਾਨਾਂ ਨੇ ਮਰਿਆਦਾ ਤਿਆਰ ਕੀਤੀ ਆ, ਤੁਸੀਂ ਜਿਹੜੇ ਬਹੁਤੇ ਸਿਆਣੇ ਆ ਉੱਠ ਪਏ ਨੇ, ਬਹੁਤੇ ਮੈਂ ਦੇਖ ਰਿਹਾ ਬਹੁਤੇ ਜ਼ਿਆਦਾ ਜਿਹੜੇ ਸਿਆਣੇ ਨੇ, ਫਿਰ ਤੁਸੀਂ ਉੱਠੋ ਆਓ ਤੇ ਕਹੋ ਭਾਈ ਮਰਿਆਦਾ ਬਦਲ ਦਿਓ। ਫਿਰ ਤਾਂ ਗੁਰੂ ਘਰਾਂ 'ਚ ਗਾਣੇ ਗਾਉਣੇ ਵੀ ਸ਼ੁਰੂ ਕਰ ਦਿਓ। ਆ ਹੁਣੇ ਇੱਕ ਮੈਂ ਤੁਹਾਨੂੰ ਦੇਖਦਾ, ਮੈਨੂੰ ਇੱਕ ਲਿੰਕ ਭੇਜਿਆ ਜੀ ਕਿਸੇ ਨੇ, ਇਹਦੇ ਵਿੱਚ ਤੁਸੀਂ ਦੇਖੋ ਵੀ ਕਿਸੇ ਗੁਰੂ ਘਰ ਦੇ ਵਿੱਚ ਜਿਹੜਾ ਵਾ ਉੱਥੇ ਕਵਾਲੀਆਂ ਗਾਈਆਂ ਜਾ ਰਹੀਆਂ ਨੇ। ਆਹ ਵੀਡੀਓ ਆ, ਕਵਾਲੀਆਂ ਗਾਈਆਂ ਜਾ ਰਹੀਆਂ ਨੇ, ਚੈਨਲ ਦੇ ਉੱਤੇ ਚੱਲ ਰਹੀ ਆ। ਗੁਰੂ ਕੇ ਖਾਲਸੇ ਨੇ ਕਰਵਾਇਆ ਮਸਲੇ ਦਾ ਹੱਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਖੁਦ ਫੈਸਲਾ ਲੈਣ ਦਾ ਅਧਿਕਾਰ ਬਖਸ਼ਿਸ਼ ਕੀਤਾ ਹੈ। ਜਦੋਂ ਵੀ ਪੰਥ ਦੇ ਅੰਦਰ ਕੋਈ ਇਸ ਤਰੀਕੇ ਦੀ ਗਤੀਵਿਧੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਪੁੱਜਦੀ ਹੈ ਤਾਂ ਖਾਲਸਾ ਖੁਦ ਫੈਸਲਾ ਲੈ ਕੇ ਉਸ ਮਸਲੇ ਦਾ ਹੱਲ ਕਰਵਾਉਂਦਾ ਹੈ। ਪਰ ਇੱਥੇ ਵੀ ਇੱਕ ਇਸ ਤਰ੍ਹਾਂ ਦੀ ਪਹਿਲ ਕਦਮੀ ਦੇਖਣ ਨੂੰ ਮਿਲੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕਵਾਲੀਆਂ ਦੇ ਨਾਲ ਜਸ ਗਾਇਨ ਕੀਤਾ ਜਾ ਰਿਹਾ। ਮਨਸ਼ਾ ਕੀ ਲੱਗਦੀ ਹੈ ਅਕਾਲੀ ਜੀ, ਇਹ ਸਭ ਚੀਜ਼ਾਂ ਦੀ ਮਨਸ਼ਾ ਕੀ ਲੱਗਦੀ? ਕਿਉਂਕਿ ਰਾਗੀ ਜਥੇ ਦਾ ਵੀ ਮਾਫੀਨਾਮੇ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਉਹ ਕਹਿੰਦੇ ਵੀ ਛੋਟੇ ਜਿਹੇ ਕਲਿੱਪ ਨੂੰ ਵਾਇਰਲ ਕੀਤਾ ਜਾ ਰਿਹਾ, ਪੂਰੀ ਗੱਲ ਨਹੀਂ ਦੱਸੀ ਜਾ ਰਹੀ ਕਿ ਉੱਥੇ ਹੋਇਆ ਕੀ ਸੀ। ਦੇਖੋ ਹਰ ਕੋਈ ਆਪਣੇ ਨੂੰ ਡਿਫੈਂਡ ਕਰਦਾ ਹੁੰਦਾ ਵੀਰਾ ਜੀ। ਮੈਨੂੰ ਵੀ ਉਹਨਾਂ ਰਾਗੀਆਂ ਨੇ ਫੋਨ ਕੀਤਾ ਸੀ, ਆਪਣੇ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਮੇਰੇ ਨਾਲ ਉਹਨਾਂ ਦੀ ਵਿਚਾਰ ਹੋਈ ਹੈ, ਮੈਂ ਬੜੇ ਸਹਿਜ ਦੇ ਨਾਲ ਉਹਨਾਂ ਨਾਲ ਵਿਚਾਰ ਕੀਤੀ, ਕੋਈ ਸਵਾਲ ਕੀਤੇ, ਫਿਰ ਉਹ ਖੁਦ ਮੰਨੇ ਵੀ ਹਾਂ ਅਸੀਂ ਇਹ ਗਲਤੀ ਕੀਤੀ ਹੈ, ਵੀ ਇਹ ਗਲਤੀ ਬਰਦਾਸ਼ਤਯੋਗ ਨਹੀਂ ਹੈਗੀ। ਕਾਰਨ ਕੀ ਹੁੰਦੇ ਨੇ? ਇੱਕ ਤਾਂ ਜਿਹੜੇ ਡੇਰੇ ਨੇ ਬਣਾਏ ਹੋਏ ਲੋਕਾਂ ਦੇ ਵੱਲੋਂ, ਕੁਝ ਡੇਰੇ ਇੱਦਾਂ ਦੇ ਨੇ ਜਿਹੜੇ ਦਿਖਾਉਂਦੇ ਨੇ ਕਿ ਅਸੀਂ ਗੁਰੂ ਦੇ ਸਿੱਖ ਹਾਂ, ਬਾਣਾ ਵੀ ਪਾਉਂਦੇ ਨੇ, ਪਰ ਉਹਨਾਂ ਦੇ ਵੱਲੋਂ ਉਹਨਾਂ ਡੇਰਿਆਂ ਦੇ ਵਿੱਚ ਰੱਜ ਕੇ ਮਨਮਤਾਂ ਕੀਤੀਆਂ ਜਾਂਦੀਆਂ ਨੇ। ਜਿਵੇਂ ਜਿਹੜੇ ਨੀਲਧਾਰੀ ਬਾਬੇ ਦੇ ਇਹ ਡੇਰੇ 'ਚ ਗਏ ਨੇ, ਉਹ ਕੁਝ ਸਮਾਂ ਪਹਿਲਾਂ ਪੰਥ 'ਚ ਸ਼ਾਮਲ ਵੀ ਹੋਇਆ ਸੀ, ਮੈਂ ਦੇਖਿਆ, ਅੰਮ੍ਰਿਤ ਵੀ ਛਕਿਆ ਸੀ ਉਹਨਾਂ ਨੇ, ਪਰ ਉਹਦੇ ਵੱਲੋਂ ਹੁਣ ਵੀ ਉੱਥੇ ਉੱਦਾਂ ਹੀ ਮਨਮਤਾਂ ਕੀਤੀਆਂ ਜਾਂਦੀਆਂ ਨੇ। ਗੁਰੂ ਸਾਹਿਬ ਦੇ ਬਰੋਬਰ ਮੱਥਾ ਟਿਕਾਇਆ ਜਾਂਦਾ ਆਪਣੇ ਆਪ ਨੂੰ, ਜਦੋਂ ਆਉਂਦਾ ਪਾਲਕੀ ਸਾਹਿਬ ਦੇ ਵਿੱਚ ਲਿਆਇਆ ਜਾਂਦਾ ਉਹਨੂੰ। ਇੱਕ ਮਨੁੱਖ ਆ ਨਾ, ਮਨੁੱਖ ਨੂੰ ਕਿਵੇਂ ਪੇਸ਼ ਕੀਤਾ ਜਾ ਰਿਹਾ। ਸੋ ਜਿਹੜੇ ਡੇਰੇ ਨੇ ਉਹਨਾਂ ਡੇਰਿਆਂ ਦੇ ਵਿੱਚ ਇਹ ਮਨਮਤਾਂ ਆਮ ਹੁੰਦੀਆਂ ਨੇ, ਤੇ ਜਿਹੜੇ ਜਾਂਦੇ ਨੇ ਉਹ ਚੰਦ ਛਿੱਲੜਾਂ ਦੀ ਖਾਤਰ ਜਾਂ ਬਾਬੇ ਕੋਲ ਉਪਮਾ ਦੀ ਲਈ, ਪਤਾ ਨਹੀਂ ਕਾਹਦੇ ਵਾਸਤੇ, ਉਪਹਾਰਾਂ ਦੇ ਵਾਸਤੇ, ਲਾਲਚ ਵਸ ਹੋ ਕੇ ਲਾ ਲਓ, ਗੁੰਮਰਾਹ ਹੋ ਕੇ ਲਾ ਲਓ, ਕੋਈ ਵਰਡ ਯੂਜ਼ ਕਰ ਲਓ, ਉਹਨਾਂ ਡੇਰੇਦਾਰਾਂ ਨੂੰ ਖੁਸ਼ ਕਰਨ ਦੇ ਵਾਸਤੇ ਔਰ ਇੱਦਾਂ ਦੀਆਂ ਕੁਝ ਹਰਕਤਾਂ ਕਰ ਬੈਂਦੇ ਨੇ ਜੋ ਕਿ ਗੁਰਮਤ ਤੋਂ ਉਲਟ ਹੁੰਦੀਆਂ ਨੇ। ਇਸ ਚੀਜ਼ ਦੀ ਇਜਾਜ਼ਤ ਪੰਥ ਨੇ ਕਦੀ ਦਿੱਤੀ ਨਹੀਂ। ਗੱਲ ਇੱਥੇ ਇਹ ਨਹੀਂ ਵੀ ਪਰਮਜੀਤ ਸਿੰਘ ਕਾਲੀ ਇਕੱਲਾ ਵਿਰੋਧ ਕਰ ਰਿਹਾ, ਮੈਂ ਇਕੱਲਾ ਵਿਰੋਧ ਨਹੀਂ ਕਰ ਰਿਹਾ, ਵਿਰੋਧ ਗੁਰਮਤ ਦੇ ਅਨੁਸਾਰ ਕਰ ਰਿਹਾ, ਮੈਂ ਕੋਈ ਬਾਹਰੀ ਗੱਲ ਨਹੀਂ ਕਰ ਰਿਹਾ, ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿ ਰਿਹਾ, ਕਿਸੇ ਦੇਵੀ ਦੇਵਤੇ ਨੂੰ ਮਾੜਾ ਨਹੀਂ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਪੂਰਾ ਪੰਥ ਇਸ ਗੱਲ ਦੇ ਉੱਤੇ ਖੜਦਾ। ਪਰ ਜਿਹੜੇ ਬੰਦੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਇਸ ਚੀਜ਼ ਨੂੰ ਵੀ ਹਾਂ ਵੀ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਾਣੇ ਗਾ ਲੈਣੇ ਚਾਹੀਦੇ ਨੇ, ਕਿਹੜਾ ਮਾੜਾ ਕਰਤਾ ਜੇ ਗਾਣਾ ਗਾਤਾ, ਤੇ ਭਾਈ ਫਿਰ ਤੁਸੀਂ ਇਹ ਫੈਸਲਾ ਕਰ ਲਓ ਵੀ ਤੁਸੀਂ ਆਓ ਫਿਰ ਮਰਿਆਦਾ ਚੇਂਜ ਕਰਵਾ ਦਿਓ। ਜਦੋਂ ਮਰਿਆਦਾ ਬਦਲ ਜੂਗੀ ਸਾਨੂੰ ਕੀ ਲੋੜ ਪਈ? ਅਸੀਂ ਕਮਲੇ ਆ ਵੀ ਅਸੀਂ ਆਪਣੇ ਕੰਮਕਾਰ ਛੱਡ ਕੇ ਜਾ ਕੇ ਮੱਥੇ ਲਾਉਂਦੇ ਫਿਰਦੇ ਆ? ਫਿਰ ਤਾਂ ਖੁੱਲ੍ਹ ਦੇ ਦਈਏ, ਫਿਰ ਤਾਂ ਮੱਸਾ ਰੰਗੜ ਕੰਜਰੀਆਂ ਨੇ ਚਾਹੁੰਦਾ ਸੀ, ਫਿਰ ਕਿਉਂ ਸਿਰ ਵੱਢਿਆ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਨੇ? ਫਿਰ ਆਪਾਂ ਖੜੇ ਕਿੱਥੇ ਆ? ਇਸ ਕਰਕੇ ਮੇਰੀ ਬੇਨਤੀ ਆ, ਇਹ ਆਪਾਂ ਇੰਨੇ ਭਾਈਚਾਰਕ ਸਾਂਝ ਬੁਣਾ ਬੜੀ ਵਧੀਆ ਗੱਲ ਆ, ਪਰ ਭਾਈਚਾਰਕ ਸਾਂਝ ਦੀ ਆੜ ਦੇ ਹੇਠ ਜੋ ਪਹਿਲਾਂ ਹੀ ਤੁਹਾਨੂੰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਬਹੁ ਗਿਣਤੀ ਦੇ ਵੱਲੋਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦੀ ਕੋਸ਼ਿਸ਼, ਉਹਨਾਂ ਵੱਲੋਂ ਸ਼ਰੇਆਮ ਬਿਆਨ ਦਿੱਤੇ ਜਾਂਦੇ ਨੇ। ਸੰਘ ਦੇ ਤੁਸੀਂ ਬਿਆਨ ਆਮ ਪੜ੍ਹਦੇ ਸੁਣਦੇ ਹੋ, RS ਦਾ ਮੁਖੀ ਤਾਂ ਇਹ ਸ਼ਰੇਆਮ ਕਹਿੰਦਾ ਵੀ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਹਿੱਸਾ ਨੇ, ਠੀਕ ਆ, ਉਹ ਸਾਡੇ ਹੀ ਨੇ, ਉਹ ਕੋਈ ਵੱਖਰਾ ਧਰਮ ਨਹੀਂ ਹੈਗਾ। ਈਵਨ ਕਈ ਸਾਡੇ ਆਪਣੇ ਹੀ ਮੂਰਖ ਕਿਸਮ ਦੇ ਲੋਕ ਆ, ਢੱਡਰੀਆਂ ਵਾਲਾ ਜਿਵੇਂ ਕਹਿੰਦਾ ਵੀ ਧਰਮ ਹੈ ਹੀ ਨਹੀਂ ਸਿੱਖਾਂ ਦਾ, ਸਿੱਖ ਧਰਮ ਹੈ ਹੀ ਨਹੀਂ ਕੋਈ, ਇੱਦਾਂ ਦੇ ਸਾਡੇ ਹੀ ਕੁਛ ਲੋਕ ਜਿਹੜੇ ਨੇ ਉਹ ਪ੍ਰੋਪੋਗੰਡਾ ਇੱਦਾਂ ਦਾ ਕਰ ਰਹੇ ਨੇ। ਤੇ ਆਲਰੇਡੀ ਸਿੱਖਾਂ ਦੇ ਉੱਤੇ ਤਾਂ ਭਾਈ ਪਹਿਲਾਂ ਹੀ ਤਲਵਾਰ ਲਟਕੀ ਹੋਈ ਆ ਕਿ ਉਹਨਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਦੋਂ ਸਾਡੇ ਹੀ ਪ੍ਰਚਾਰਕ ਸਟੇਜਾਂ 'ਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਗੁਰਮਤ ਤੋਂ ਬਾਹਰ ਜਾ ਕੇ ਇੱਦਾਂ ਦੇ ਕੰਮ ਕਰਨਗੇ, ਅਗਲਿਆਂ ਨੂੰ ਤਾਂ ਮੌਕਾ ਮਿਲਣਾ ਹੀ ਆ। ਹੁਣ ਜਿਹੜੇ ਕੁਛ ਹਿੰਦੂ ਭਰਾ ਸਾਡੇ, ਮੈਂ ਦੇਖ ਰਿਹਾ ਸੀ ਕਮੈਂਟ ਪੜ੍ਹਦਾ ਸੀ, ਕਹਿੰਦੇ ਲਓ ਜੀ ਕੀ ਮਾੜਾ ਹੋ ਗਿਆ ਕ੍ਰਿਸ਼ਨ ਭਗਵਾਨ ਦੀ। ਅਸੀਂ ਕਦੋਂ ਕਹਿ ਰਹੇ ਹਾਂ ਵੀ ਕ੍ਰਿਸ਼ਨ ਭਗਵਾਨ ਮਾੜੇ ਸੀ? ਅਵਤਾਰ ਸੀ, ਤੁਹਾਡੇ ਅਵਤਾਰੀ ਪੁਰਸ਼ ਸੀ, ਤੁਸੀਂ ਮੰਨਦੇ ਹੋ, ਜੰਮ ਮੰਨੋ, ਜਨਮ ਅਸ਼ਟਮੀ ਮਨਾਓ, ਤੁਹਾਨੂੰ ਰੋਕਦਾ ਕੌਣ ਆ ਵੀਰਾ? ਪਰ ਕੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਗੁਰਮਤ ਤੋਂ ਉਲਟ ਜਾ ਕੇ ਕਰਨ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਆ? ਜੇ ਦੇ ਦੇਣੀ ਚਾਹੀਦੀ ਹੈ ਫਿਰ ਸਾਨੂੰ ਦੱਸ ਦਿਓ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਜਾਰੀ ਕਰਾ ਦਿਓ
ਸਾਡੀਆਂ ਸਰਮੌਰ ਸੰਸਥਾਵਾਂ ਇਹ ਗੱਲ ਬਹਿ ਕੇ ਕਹਿ ਦੇਣ ਵੀ ਭਾਈ ਅੱਜ ਤੋਂ ਬਾਅਦ ਮਰਿਆਦਾ ਤੇ ਪਹਿਰਾ ਨਹੀਂ ਦੇਣਾ, ਜੋ ਕਿਸੇ ਦਾ ਜੀ ਕਰਦਾ ਉਹ ਕਰੋ, ਤੇ ਫਿਰ ਕਰਨ ਦਈਏ। ਜੀ ਕਾਂਡੀ ਜੀ ਇੱਥੇ ਇਹ ਵੀ ਗੱਲ ਕਰ ਲਈਏ ਕਿ ਗੁਰੂ ਮਰਿਆਦਾ ਦੀ ਅਸੀਂ ਗੱਲ ਕਰਦੇ ਪਏ ਕਿ ਸਿਰਫ ਸਿੱਖ ਹੀ ਸਿੱਖੀ ਦਾ ਪ੍ਰਚਾਰ ਕਰ ਸਕਦਾ ਹੈ ਜਾਂ ਸ਼ਬਦ ਕੀਰਤਨ ਕਰ ਸਕਦਾ ਹੈ। ਇਹ ਵੀ ਗੱਲ ਸੋਸ਼ਲ ਮੀਡੀਆ ਤੇ ਆ ਰਹੀ ਕਿ ਇੱਕ ਬਾਹਰੀ ਸਟੇਟ ਦੀ ਲੜਕੀ ਹੈ, ਛੋਟੀ ਉਮਰ ਹੈ, ਮੈਥਲੀ ਠਾਕੁਰ, ਬਹੁਤ ਵਧੀਆ ਸ਼ਬਦ ਗਾਇਨ ਕਰਦੀ ਹੈ, ਹਿੰਦੂ ਧਰਮ ਲਈ ਪ੍ਰਚਾਰ ਕਰਦੀ ਹੈ। ਉਹ ਬਟਾਲੇ ਦੇ ਨਜ਼ਦੀਕ ਇੱਕ ਪਿੰਡ 'ਚ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਆ ਕੇ ਸਿੱਖੀ ਦਾ ਪ੍ਰਚਾਰ ਕਰਦੀ ਹੈ। ਨਜ਼ਦੀਕ ਰਾਗੀ ਸਿੰਘ ਭਾਈ ਸ਼੍ਰੀਨਗਰ ਵਾਲੇ ਦੇ ਨਾਲ ਬੈਠ ਕੇ ਸ਼ਬਦ ਗਾਇਨ ਕਰਦੀ ਹੈ। ਫਿਰ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਜੇ ਤੁਸੀਂ? ਰਹਿਤ ਮਰਿਆਦਾ ਕੀ ਕਹਿੰਦੀ ਹੈ ਵੀ ਸੰਗਤ ਦੇ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਗੁਰੂ ਸਾਹਿਬ ਦੀ ਹਜ਼ੂਰੀ 'ਚ। ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਨੂੰ ਕਰਨ ਨੂੰ ਕਹਿੰਦੇ ਨੇ। ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ, ਸਰੂਪ, ਰਚਨਾ ਭਾਈ ਗੁਰਦਾਸ ਜਾਂ ਭਾਈ ਨੰਦ ਲਾਲ ਦੀ ਬਾਣੀ ਹੀ ਹੋ ਸਕਦੀ ਹੈ। ਹੁਣ ਜਾਂ ਤਾਂ ਫਿਰ ਰਹਿਤ ਮਰਿਆਦਾ ਨੂੰ ਨਹੀਂ ਮੰਨਦੇ ਅਸੀਂ। ਮੈਂ ਫਿਰ ਉਹੀ ਗੱਲ ਕਰ ਰਿਹਾ ਨਾ ਵੀਰਾ ਜੀ ਵੀ ਸਾਡੇ ਲੋਕ ਗੁੰਮਰਾਹ ਹੋ ਗਏ ਜਾਂ ਪਤਾ ਨਹੀਂ ਕਿਉਂ ਇਦਾਂ ਦੀਆਂ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ਾਂ ਆ ਗਈਆਂ ਨੇ ਵੀ ਅਸੀਂ ਗੁਰੂ ਤੋਂ ਹੀ ਬੇਮੁਖ ਹੁੰਦੇ ਜਾਂਦੇ ਹਾਂ। ਅਸੀਂ ਆਪਣੀਆਂ ਰਹਿਤ ਮਰਿਆਦਾ ਨੂੰ ਛਿੱਕੇ ਟੰਗੀ ਜਾਂਦੇ ਹਾਂ। ਕਾਹਦੇ ਵਾਸਤੇ? ਫੋਕੀ ਮੈਂ ਦੀ ਖਾਤਰ, ਫੋਕੀ ਬੱਲੇ ਬੱਲੇ ਦੀ ਖਾਤਰ। ਮੈਥਲੀ ਠਾਕਰ ਵੱਲੋਂ ਗੁਰੂ ਦੀ ਉਪਮਾ ਕਰਨਾ ਕੋਈ ਗੁਨਾਹ ਨਹੀਂ। ਜਮ ਕਰੇ ਬੱਚੀਓ, ਕੋਈ ਨਹੀਂ ਰੋਕ ਰਿਹਾ, ਠੀਕ ਹੈ ਨਾ। ਮੁਸਲਮਾਨਾਂ ਦੀ ਬਾਣੀ ਦਰਜ, ਜਿਹੜੇ ਭਗਤ ਹੋਏ ਨੇ ਉਹਨਾਂ ਦੀ ਬਾਣੀ ਦਰਜ। ਕੀ ਕੋਈ ਰੋਕ ਰਿਹਾ? ਕੀ ਉਹਨਾਂ ਦਾ ਸਤਿਕਾਰ ਨਹੀਂ ਹੈਗਾ? ਕੀ ਉਹਨਾਂ ਨੂੰ ਮੱਥਾ ਨਹੀਂ ਟਿਕਦਾ? ਜਦੋਂ ਗੁਰੂ ਸਾਹਿਬਾਨ ਨੂੰ ਸਿਰ ਨਵਾਇਆ ਜਾਂਦਾ, ਉਹਨਾਂ ਭਗਤਾਂ ਨੂੰ ਵੀ ਸਿਰ ਨਵਾਇਆ ਜਾਂਦਾ, ਠੀਕ ਹੈ ਨਾ। ਇਸ ਕਰਕੇ ਵਿਸ਼ਾ ਇਹ ਹੈ ਹੀ ਨਹੀਂ ਵੀਰ ਜੀ। ਅਸਲ ਦੇ ਵਿੱਚ ਕੀ ਵੀ ਕੁਝ ਲੋਕਾਂ ਦੇ ਵੱਲੋਂ ਵਿਸ਼ੇ ਨੂੰ ਦੂਜੇ ਬੰਨੇ ਲਿਆਇਆ ਜਾ ਰਿਹਾ ਵੀ ਲਓ ਜੀ ਫਿਰ ਤਾਂ ਹਿੰਦੂ ਨੂੰ ਮੱਥਾ ਵੀ ਟੇਕਣ ਤੋਂ ਮਨਾ। ਕੌਣ ਰੋਕ ਰਿਹਾ ਯਾਰ? ਕੋਈ ਨਹੀਂ ਰੋਕ ਰਿਹਾ। ਕਿਤੇ ਨਹੀਂ ਕਹਿ ਰਹੇ ਸਿੱਖ ਵੀ ਮੱਥਾ ਨਾ ਟੇਕਣ ਆਓ। 4 ਦਰਵਾਜ਼ੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ, ਚਾਰੇ ਦਰਵਾਜ਼ੇ ਖੁੱਲ੍ਹੇ ਹੋਏ ਨੇ। ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਨੇ। ਮਸਲਾ ਇਹ ਹੈ ਹੀ ਨਹੀਂ ਵੀਰਾ ਜੀ। ਮਸਲਾ ਸਿਰਫ ਇਹ ਆ ਵੀ ਜਿਨ੍ਹਾਂ ਰਾਗੀਆਂ ਦੇ ਵੱਲੋਂ ਉੱਥੇ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ 'ਚ ਗੁਰਮਤਿ ਤੋਂ ਉਲਟ ਕਾਰਜ ਕੀਤਾ ਗਿਆ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਭਵਿੱਖ 'ਚ ਵੀ ਕਰਾਂਗੇ। ਜਿੱਥੇ ਵੀ ਕਿਤੇ ਇਦਾਂ ਦੀ ਮਨਮਤ ਹੋਊਗੀ ਅਸੀਂ ਉਹਦਾ ਵਿਰੋਧ ਕਰਦੇ ਹਾਂ ਅਤੇ ਕਰਦੇ ਰਵਾਂਗੇ। ਕੋਈ ਕੁਛ ਕਹੀ ਜਾਵੇ, ਸਾਨੂੰ ਉਹਦੀ ਵੇਖ ਬਿਲਕੁਲ ਪਰਵਾਹ ਨਹੀਂ ਵੀਰਾ, ਕਿਉਂਕਿ ਸਾਨੂੰ ਗੁਰੂ ਮੁੱਖ ਆ। ਅਸੀਂ ਜਵਾਬ ਦੇ ਗੁਰੂ ਨੂੰ ਆ। ਜੇ ਤਾਂ ਅਸੀਂ ਸਿੱਖ ਹਾਂ, ਜੇ ਤਾਂ ਅਸੀਂ ਆਪਣੇ ਆਪ ਨੂੰ ਪੁੱਤ ਮੰਨਦੇ ਹਾਂ ਦਸਮ ਪਾਤਸ਼ਾਹ ਦਾ, ਦਸਮ ਪਾਤਸ਼ਾਹ ਨੇ ਖੁਦ ਨੂੰ ਪਰਮੇਸ਼ਰ ਨਹੀਂ ਕਿਹਾ। ਗੁਰੂ ਸਾਹਿਬ ਕਹਿੰਦੇ ਜੋ ਮੁਝ ਕੋ ਪਰਮੇਸ਼ਰ ਉਚਰਿਆ ਸੇ ਸਭ ਨਰ ਕੁੰਡ ਮੈਂ ਭਰੈ। ਫਿਰ ਉਹ ਕਿੱਦਾਂ ਕਿਸੇ ਹੋਰ ਨੂੰ ਪਰਮੇਸ਼ਰ 'ਚ ਖੜਾ ਕਰ ਦੇਣਗੇ ਲਿਆ ਕੇ? ਅਕਾਲੀ ਸਾਹਿਬ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਨੌਜਵਾਨਾਂ ਨੇ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਨ ਤੋਂ ਬਾਅਦ ਲਾ ਲਓ ਜਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਾ ਲਓ, ਮਾਫੀ ਮੰਗ ਲਈ ਸੋਸ਼ਲ ਮੀਡੀਆ ਤੇ, ਮਾਫੀ ਮੰਗ ਲਈ ਕਿ ਸਾਡੇ ਤੋਂ ਗਲਤੀ ਹੋ ਗਈ। ਆਪਣੀ ਗਲਤੀ ਨੂੰ ਕਹਿ ਰਹੇ ਕਿ ਸਾਡੇ ਤੋਂ ਗਲਤੀ ਹੋ ਗਈ, ਸਾਨੂੰ ਮਾਫ ਕਰੇ ਸੰਗਤ। ਲੇਕਿਨ ਉਸ ਤੋਂ ਬਾਅਦ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮੰਗ ਪੱਤਰ ਦੇ ਰਹੇ ਜੇ ਕਿ ਲੱਗਦਾ ਨਹੀਂ ਕਿ ਗੱਲ ਨੂੰ ਵਧਾਇਆ ਜਾ ਰਿਹਾ? ਪਹਿਲਾਂ ਤਾਂ ਮੈਂ ਕਲੀਅਰ ਕਰਾਂ, ਮੈਂ ਕੌਣ ਆ ਮਾਫੀ ਦੇਣ ਵਾਲਾ? ਕੋਈ ਬੰਦਾ ਮੈਨੂੰ ਫੋਨ ਕਰਕੇ ਮੇਰੇ ਕੋਲ ਮਾਫੀ ਮੰਗ ਲੇ, ਮੈਂ ਕੌਣ ਆ? ਮੇਰੇ ਕੋਲ ਕੀ ਅਥਾਰਟੀ ਮੈਂ ਕਿਸੇ ਨੂੰ ਮਾਫੀ ਦੇ ਦਿਆਂ? ਐਡਾ ਵੱਡਾ ਗੁਨਾਹ ਕੀਤਾ ਹੋਵੇ, ਗੁਰਮਰਿਆਦਾ ਭੰਗ ਕੀਤੀ ਹੋਵੇ, ਤੇ ਮੇਰੇ ਕੋਲ ਕੀ ਅਥਾਰਟੀ ਮਾਫੀ ਦੇ ਦਿਆਂ? ਮਾਫੀ ਦੇ ਸਕਦਾ ਵੀਰ ਜੀ ਸੰਗਤ, ਮਾਫੀ ਦੇ ਸਕਦਾ ਜੋ ਮਰਿਆਦਾ ਵੀ ਜੇ ਸਿੱਖ ਇੱਕ ਕਿੱਸਾ ਧਾਰੀ, ਸਿੱਖ ਅੰਮ੍ਰਿਤਧਾਰੀ ਸਿੱਖ ਗਲਤੀ ਕਰਦਾ ਤੇ ਉਹ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵੇ, ਪੇਸ਼ ਹੋ ਕੇ ਆਪਣੀ ਗਲਤੀ ਮੰਨੇ। ਕੱਲ੍ਹ ਰਾਗੀ ਸਿੰਘਾਂ ਨੇ ਸਮਾਂ ਵੀ ਰੱਖਿਆ ਸੀ, ਖੁਦ ਮੇਰੇ ਨਾਲ ਗੱਲ ਕਰਕੇ ਵੀ 11 ਵਜੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵਾਂਗੇ। ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਮੈਨੂੰ ਨਹੀਂ ਪਤਾ ਕਿਹੜੇ ਗੱਲੋਂ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ 3 ਦਿਨ ਬਾਅਦ ਆਵਾਂਗੇ ਜੀ, 4 ਦਿਨ ਬਾਅਦ ਆਵਾਂਗੇ। ਚਲੋ ਉਹ ਇੱਕ ਵਿਸ਼ਾ ਵੱਖਰਾ ਵੀ ਉਹ ਆ ਕੇ ਆਉਣ, ਪਰ ਮੈਂ ਆਪਣਾ ਫਰਜ਼ ਸਮਝਦਾ ਸੀ। ਮੈਂ ਆਪਣੀ ਲਿਖਤੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਦਿੱਤੀ ਆ ਵੀ ਜਾਂਚ ਪੜਤਾਲ ਉਸ ਡੇਰੇ ਦੀ ਵੀ ਕੀਤੀ ਜਾਵੇ। ਜੇ ਡੇਰੇ ਵਿੱਚ ਇਹ ਘਟਨਾ ਹੋਈ ਆ, ਇਹਨਾਂ ਰਾਗੀ ਸਿੰਘਾਂ ਨੂੰ ਵੀ ਬੁਲਾ ਕੇ ਪੁੱਛਿਆ ਜਾਵੇ ਤੇ ਉਹ ਆਪਣੀ ਜੇ ਗਲਤੀ ਮੰਨ ਰਹੇ ਨੇ ਉਹ ਵਿਸ਼ਾ ਵੱਖਰਾ ਵੀਰ ਜੀ। ਉਹ ਮਾਫੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੇ ਦੇਣੀ ਹੈ, ਜੋ ਮਰਿਆਦਾ ਵਾ ਉਹ ਉਸੇ ਤਰ੍ਹਾਂ ਉਹ ਤਲਬ ਕਰਕੇ ਜੋ ਸਜ਼ਾ ਬਣਦੀ ਹੋਊਗੀ ਧਾਰਮਿਕ ਉਹ ਲੱਗੂਗੀ। ਮੈਂ ਮਾਫੀ ਨਹੀਂ ਦੇ ਸਕਦਾ ਤੇ ਇਦਾਂ ਵੀ ਨਹੀਂ ਹੁੰਦਾ। ਅਸਲ 'ਚ ਨਾ ਪ੍ਰਚਲਨ ਵੀ ਚੱਲ ਪਿਆ ਵੀਰਾ ਬੜਾ ਵਧੀਆ ਵੀ ਮੈਂ ਗਲਤੀ ਕਰਦਾ ਮੁੜ ਕੇ ਮੈਂ ਮਾਫੀ ਮੰਗ ਲੈਂਦਾ, ਮੈਂ ਗਲਤੀ ਕਰਦਾ ਮੈਂ ਮਾਫੀ ਮੰਗ ਲੈਂਦਾ। ਯਾਰ ਇਦਾਂ ਨਹੀਂ ਹੁੰਦਾ। ਜੇ ਗਲਤੀ ਕੀਤੀ ਹੈ ਤਾਂ ਫਿਰ ਉਹਦੀ ਸਜ਼ਾ ਬਣਦੀ ਆ ਤੇ ਸਜ਼ਾ ਉਹਦੀ ਭੁਗਤਣ ਵਾਸਤੇ ਫਿਰ ਤੁਸੀਂ ਤਿਆਰ ਰਹੋ। ਜੇ ਗਲਤੀ ਕੀਤੀ ਫਿਰ ਮੰਨੋ ਗਲਤੀ ਨਾ। ਇੱਦਾਂ ਥੋੜ੍ਹੀ ਵੀ ਮੈਨੂੰ ਫੋਨ ਕਰਕੇ ਕਹਿਤਾ ਜੀ ਕੱਲ੍ਹ ਜੀ ਗਲਤੀ ਹੋ ਗਈ, ਜਾਂ ਤੁਹਾਨੂੰ ਫੋਨ ਕਰਕੇ ਬਾਬਾ ਜੀ ਗਲਤੀ ਹੋ ਗਈ ਮਾਫ ਕਰ। ਇੱਦਾਂ ਨਹੀਂ ਹੁੰਦਾ। ਜੇ ਗਲਤੀ ਕੀਤੀ ਆ ਨਾ, ਇੱਕ ਗਲਤੀ ਹੁੰਦੀ ਮੁਕੇਸ਼ ਜਾਣ ਬੁੱਝ ਕੇ ਅਣਜਾਣਤਾ 'ਚ ਹੋ ਜਾਣੀ। ਅਣਜਾਣਤਾ 'ਚ ਗਲਤੀ ਵੀ ਮੈਂ ਬੋਲ ਰਿਹਾ, ਮੇਰੇ ਮੂੰਹ ਗਾਲ ਨਿਕਲ ਜੇ, ਇਹ ਗਲਤੀ ਆ। ਮੈਂ ਗਾਲ ਕੱਢਾਂ ਉਹ ਗੁਨਾਹ ਵਾ। ਮਰਿਆਦਾ ਪਤਾ ਵਾ, ਸਾਰਾ ਕੁਝ ਪਤਾ, ਪਰ ਕਿਹੜੀ ਗੱਲੋਂ? ਮੇਰੇ ਕੋਲ ਰਿਕਾਰਡਿੰਗ ਆ ਜਿਹਦੇ ਵਿੱਚ ਉਹ ਖੁਦ ਕਹਿ ਰਿਹਾ ਵੀ ਕੀਰਤਨ ਕਰਦੇ ਆ, ਸਡਨਲੀ ਮੇਰੇ ਦਿਮਾਗ 'ਚ ਆਇਆ ਵੀ ਜਨਮ ਅਸ਼ਟਮੀ ਆ ਰਹੀ ਹੈ। ਯਾਰ ਉਹਨਾਂ ਨੂੰ ਮੁਬਾਰਕ ਆ ਜਨਮ ਅਸ਼ਟਮੀ, ਪਰ ਤੁਸੀਂ ਆਪਣੇ ਗੁਰੂ ਨੂੰ ਤਾਂ ਦੇਖੋ ਯਾਰ। ਤੁਸੀਂ ਆਪਣੇ ਸਿਧਾਂਤਾਂ ਨੂੰ, ਆਪਣੀ ਮਰਿਆਦਾ ਨੂੰ ਦੇਖੋ ਵੀ ਤੁਹਾਨੂੰ ਕੀ ਕਿਹਾ ਜਾ ਰਿਹਾ। ਕੀ ਤੁਸੀਂ ਉਸ ਤੋਂ ਬਾਹਰ ਜਾ ਕੇ ਕਰਨਾ? ਜੇ ਬਾਹਰ ਜਾ ਕੇ ਕਰਨਾ ਫਿਰ ਤੁਸੀਂ ਭਾਈ ਗੁਰਮਤਿ ਤੋਂ ਹੀਣੇ ਹੋ। ਫਿਰ ਤਾਂ ਮਤਲਬ ਭੇਖ ਦਿਖਾਏ ਜਗਤ ਕੋ ਲੋਗਨ ਕੋ, ਬਸ ਕੀਨ ਵਾਲਾ ਕੰਮ ਹੈ ਤੁਹਾਡਾ, ਹੈ ਨਾ। ਰੋਟੀਆਂ ਕਾਰਨ ਪੂਰੇ ਤਾਲ ਤੱਕ ਸਹਿਮਤ ਹੋ ਤੁਸੀਂ ਵੀ ਤੁਹਾਨੂੰ ਬਸ ਪੈਸਿਆਂ ਨਾਲ ਮਤਲਬ ਆ। ਗੁਰਮਤਿ ਕੀ ਕਹਿੰਦੀ ਹੈ, ਗੁਰੂ ਕੀ ਕਹਿੰਦਾ, ਸਿਧਾਂਤ ਕਹਿੰਦੇ, ਉਹਨੂੰ ਛਿੱਕੇ ਟੰਗ ਦਿਓ। ਬਿਲਕੁਲ। ਤਾਂ
ਇਹ ਸੀ ਪਰਮਜੀਤ ਸਿੰਘ ਅਕਾਲੀ ਜੋ ਕਿ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਨੇ, ਤੇ ਉਹਨਾਂ ਵੱਲੋਂ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਕਿ ਜੋ ਰਾਗੀ ਸਿੰਘਾਂ ਵੱਲੋਂ ਕ੍ਰਿਸ਼ਨ ਭਗਵਾਨ ਦਾ ਜਿਹੜਾ ਹੈ ਗੀਤ ਹੈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗਾਇਆ ਗਿਆ ਹੈ, ਉਸ ਦੇ ਖਿਲਾਫ, ਉਸ ਦੇ ਚਲਦੇ ਰਾਗੀ ਸਿੰਘਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। ਦੂਜੇ ਪਾਸੇ ਰਾਗੀ ਸਿੰਘਾਂ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਮਾਫੀ ਮੰਗੀ ਜਾ ਰਹੀ ਹੈ, ਤੇ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਕਈ ਹਿੰਦੂ ਸਿੱਖ ਨੌਜਵਾਨ ਆਪਸ ਵਿੱਚ ਇਸ ਗੀਤ ਨੂੰ ਲੈ ਕੇ ਬਹਿਸ, ਇਸ ਵੀਡੀਓ ਕਲਿੱਪ ਨੂੰ ਲੈ ਕੇ ਬਹਿਸ ਕਰਦੇ ਵੀ ਦਿਖਾਈ ਦੇ ਰਿਹਾ ਹੈ ਕਿ ਆਖਿਰ ਉਹਦੇ ਵਿੱਚ ਗਲਤ ਕੀ ਸੀ। ਇਸ ਬਾਰੇ ਪਰਮਜੀਤ ਸਿੰਘ ਅਕਾਲੀ ਹੁਣਾਂ ਨੇ ਇੱਕਦਮ ਸਪਸ਼ਟ ਕੀਤਾ ਹੈ ਕਿ ਗੁਰੂ ਮਰਿਆਦਾ ਅਨੁਸਾਰ ਗੁਰੂ ਦੀ ਹਜ਼ੂਰੀ ਵਿੱਚ ਸਿੱਖ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਕਤੀਆਂ ਬਾਰੇ ਹੀ ਵਿਚਾਰ ਕਰ ਸਕਦਾ, ਨਾ ਕਿ ਕਿਸੇ ਹੋਰ ਪੰਕਤੀ ਬਾਰੇ ਜਾਂ ਨਾ ਕਿ ਕਿਸੇ ਹੋਰ ਧਰਮ ਦੀ ਕੋਈ ਗੱਲ ਕਰ ਸਕਦਾ। ਅਗਰ ਤੇ ਉਸ ਧਰਮ ਦੀ ਗੱਲ ਉਹ ਲਾਈਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤੇ ਉਸ ਨੂੰ ਰਾਗੀ ਸਿੰਘ ਜਿਹੜੇ ਆ ਉਹ ਸ਼ਬਦ ਦੇ ਰੂਪ ਵਿੱਚ ਗਾ ਸਕਦੇ ਆ, ਲੇਕਿਨ ਕਿਸੇ ਗੀਤ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਇਸ ਤਰੀਕੇ ਨਾਲ ਗਾਣਾ ਜਿਹੜਾ ਹੈ ਉਹ ਗੁਰੂ ਮਰਿਆਦਾ ਅਨੁਸਾਰ ਸਹੀ ਨਹੀਂ ਹੈ, ਜਿਸ ਕਰਕੇ ਉਹਨਾਂ ਨੇ ਇਸ ਦੀ ਸ਼ਿਕਾਇਤ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤੀ ਹੈ। ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਰਾਗੀ ਸਿੰਘ ਜਿਨ੍ਹਾਂ ਵੱਲੋਂ ਇਹ ਗੀਤ ਜਿਹੜਾ ਕ੍ਰਿਸ਼ਨ ਭਗਵਾਨ ਦਾ ਜੋ ਕਿ ਫਿਰੋਜ਼ ਖਾਨ ਵੱਲੋਂ ਗਾਇਆ ਗਿਆ ਹੈ, ਉਸ ਦੇ ਚਲਦੇ ਉਸ ਦੀ ਮਾਫੀ ਮੰਗਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਉਂਦੇ ਹੈ ਜਾਂ ਨਹੀਂ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਪਰਮਜੀਤ ਸਿੰਘ ਅਕਾਲੀ ਹੁਣਾਂ ਨੇ ਇਸ ਗੱਲ ਤੇ ਇੱਕਦਮ ਕਲੀਅਰ ਕੀਤਾ ਹੈ ਕਿ ਜੋ ਰਾਗੀ ਸਿੰਘਾਂ ਵੱਲੋਂ ਗਾਇਆ ਗਿਆ ਹੈ ਉਹ ਗੁਰੂ ਮਰਿਆਦਾ ਅਨੁਸਾਰ ਨਹੀਂ ਹੈ, ਜਿਸ ਕਰਕੇ ਉਹਨਾਂ ਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ ਹੈ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਸੁਰਖਾਬ ਟੀਵੀ, ਅੰਮ੍ਰਿਤਸਰ।